ਨੈਕਸਟ ਆਪਾਂ ਸਟਾਰਟ ਕਰਨ ਲੱਗੇ ਹਾਂ ਚੈਪਟਰ ਨੰਬਰ 3 ਦੈਟ ਇਜ਼ ਫੋਰਸ ਐਂਡ ਪ੍ਰੈਸ਼ਰ। ਇਹਦੇ ਵਿੱਚ ਮੇਨਲੀ ਆਪਾਂ ਫੋਰਸ ਬਾਰੇ ਪੜਾਂਗੇ ਪਹਿਲਾਂ, ਉਸ ਤੋਂ ਬਾਅਦ ਕੁਝ ਕੁ ਆਪਾਂ ਪੜਾਂਗੇ ਫ੍ਰਿਕਸ਼ਨ ਬਾਰੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਫੋਰਸ ਕੀ ਹੁੰਦਾ ਹੈ, ਮਾਈਟ ਵੀ ਤੁਹਾਨੂੰ ਡੈਫੀਨੇਸ਼ਨ ਪਤਾ ਹੋਊਗੀ ਫੋਰਸ ਦੀ। ਤਾਂ ਫੋਰਸ ਕੀ ਹੁੰਦਾ ਹੈ, ਪੁਸ਼ ਔਰ ਪੁੱਲ ਟੂ ਐਨ ਆਬਜੈਕਟ। ਜਦੋਂ ਆਪਾਂ ਕਿਸੇ ਆਬਜੈਕਟ ਨੂੰ ਪੁਸ਼ ਕਰਦੇ ਹਾਂ ਜਾਂ ਉਹਨੂੰ ਪੁੱਲ ਕਰਦੇ ਹਾਂ, ਪੁਸ਼ ਕਰਨਾ ਹੁੰਦਾ ਹੈ ਆਪਦੇ ਤੋਂ ਦੂਰ ਭੇਜਣਾ, ਪੁੱਲ ਕਰਨਾ ਹੁੰਦਾ ਹੈ ਆਪਦੇ ਕੋਲੇ ਲੈ ਕੇ ਆਉਣਾ। ਠੀਕ ਹੈ, ਕਿਸੇ ਚੀਜ਼ ਨੂੰ ਪੁਸ਼ ਕੀਤਾ ਜਾਂ ਪੁੱਲ ਕੀਤਾ ਉਹਨੂੰ ਆਪਾਂ ਫੋਰਸ ਕਹਿੰਦੇ ਹਾਂ। ਠੀਕ ਹੈ, ਡੈਫੀਨੇਸ਼ਨ ਅੱਗੇ ਫੋਰਸ ਦੀ, ਵਾਟ ਇਜ਼ ਅ ਫੋਰਸ, ਅ ਪੁਸ਼ ਔਰ ਪੁੱਲ ਟੂ ਐਨ ਆਬਜੈਕਟ ਵਿਚ ਚੇਂਜ ਔਰ ਟੈਂਡਸ ਟੂ ਚੇਂਜ ਦਾ ਮੋਸ਼ਨ ਆਫ ਐਨ ਆਬਜੈਕਟ। ਜਦੋਂ ਆਪਾਂ ਕਿਸੇ ਚੀਜ਼ ਨੂੰ ਪੁਸ਼ ਜਾਂ ਪੁੱਲ ਕਰਦੇ ਹਾਂ, ਦੇਖੋ ਪੁਸ਼ ਜਾਂ ਪੁੱਲ ਕਰਨ 'ਤੇ ਉਸ ਚੀਜ਼ ਦਾ ਮੋਸ਼ਨ ਚੇਂਜ ਹੁੰਦਾ ਨਾ, ਉਹ ਇੱਧਰ ਆਇਆ ਇੱਧਰ ਗਿਆ, ਮਤਲਬ ਮੋਸ਼ਨ ਚੇਂਜ ਹੋ ਰਿਹਾ, ਵਿਚ ਚੇਂਜ ਔਰ ਟੈਂਡਸ ਟੂ ਚੇਂਜ। ਟੈਂਡਸ ਟੂ ਚੇਂਜ ਦਾ ਮਤਲਬ ਕਿ ਉਹ ਕੋਸ਼ਿਸ਼ ਕਰਦਾ ਉਹਦੇ ਮੋਸ਼ਨ ਨੂੰ ਚੇਂਜ ਕਰਨ ਦੀ, ਤਾਂ ਉਹਨੂੰ ਆਪਾਂ ਬੋਲਦੇ ਹਾਂ ਕਿ ਇੱਕ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ, ਜਿਵੇਂ ਐਗਜ਼ਾਮਪਲਸ ਹੈ ਪੁਸ਼ ਜਾਂ ਪੁੱਲ ਦੀ, ਕਦੇ ਪੁਸ਼ ਕਰ ਰਿਹਾ ਕਦੇ ਪੁੱਲ ਕਰ ਰਿਹਾ। ਠੀਕ ਹੈ, ਨੈਕਸਟ ਐਗਜ਼ਾਮਪਲ ਹੈ ਜਿਵੇਂ ਇੱਥੇ ਬਾਲ ਨੂੰ ਇਹ ਫੋਰਸ ਲਗਾਈ ਅਤੇ ਬਾਲ ਕੀ ਹੈ ਮੋਸ਼ਨ ਵਿੱਚ ਆ ਗਈ, ਤਾਂ ਇਹ ਇੱਥੇ ਬਾਲ ਨੂੰ ਕੀ ਲੱਗ ਰਹੀ ਹੈ, ਫੋਰਸ ਲੱਗ ਰਹੀ ਹੈ। ਨੈਕਸਟ ਆ ਗਿਆ ਆਪਣੇ ਕੋਲ ਐਗਜ਼ਾਮਪਲਸ ਆਫ ਫੋਰਸ ਐਜ਼ ਅ ਪੁਸ਼। ਕਦੋਂ ਆਪਾਂ ਕੋਈ ਚੀਜ਼ ਨੂੰ ਪੁਸ਼ ਕਰਦੇ ਹਾਂ, ਪੁਸ਼ ਕਰਨਾ ਮਤਲਬ ਆਪਦੇ ਤੋਂ ਦੂਰ ਭੇਜਣਾ। ਠੀਕ ਹੈ, ਤਾਂ ਫਸਟ ਕੀ ਹੈ, ਟੂ ਐਂਟਰ ਇਨਸਾਈਡ ਅ ਰੂਮ ਵੀ ਓਪਨ ਦਾ ਡੋਰ ਬਾਈ ਪੁਸ਼ਿੰਗ ਇਟ। ਜਦੋਂ ਆਪਾਂ ਕਿਸੇ ਵੀ ਰੂਮ ਦੇ ਅੰਦਰ ਜਾਣਾ ਹੁੰਦਾ, ਆਪਾਂ ਅੰਦਰ ਜਾਣ ਲਈ ਜਿਹੜੇ ਡੋਰ ਨੂੰ ਉਹਨੂੰ ਪੁਸ਼ ਕਰਦੇ ਹਾਂ। ਦੇਖੋ ਡੋਰ ਨੂੰ ਆਪਾਂ ਆਪਦੇ ਤੋਂ ਦੂਰ ਕਰਦੇ ਹਾਂ ਅਤੇ ਫਿਰ ਆਪਾਂ ਐਂਟਰ ਕਰਦੇ ਹਾਂ, ਤਾਂ ਇਹ ਐਗਜ਼ਾਮਪਲ ਹੈ ਟੂ ਪੁਸ਼ ਅ ਡੋਰ ਇਨ ਆਰਡਰ ਟੂ ਐਂਟਰ ਦ ਰੂਮ। ਨੈਕਸਟ ਆਪਣੇ ਕੋਲ, ਇਫ ਅ ਕਾਰ ਡਜ਼ ਨਾਟ ਸਟਾਰਟ ਬਾਈ ਇਟਸ ਇੰਜਨ। ਅਗਰ ਕਾਰ ਆਪਣੇ ਆਪ ਨਹੀਂ ਚੱਲ ਰਹੀ, ਦੇਖੋ ਅਗਰ ਕਾਰ ਇਹ ਆਪਣੇ ਆਪ ਨਹੀਂ ਚੱਲ ਰਹੀ ਸੀ ਤਾਂ ਇਸ ਕਾਰ ਨੂੰ ਕੀ ਹੈ, ਪੁਸ਼ ਕਰਨਾ ਪਿਆ। ਪੁਸ਼ ਕਰਨ 'ਤੇ ਕੀ ਹੋਇਆ, ਉਹਦੇ ਫੋਰਸ ਲੱਗੀ, ਫੋਰਸ ਲੱਗਣ 'ਤੇ ਉਹਦੇ ਵਿੱਚ ਕੀ ਆ ਗਿਆ, ਮੋਸ਼ਨ ਆ ਗਿਆ। ਤਾਂ ਇਹ ਆਪਣੀ ਐਗਜ਼ਾਮਪਲ ਹੋ ਜੂਗੀ ਫੋਰਸ ਐਜ਼ ਅ ਪੁਸ਼। ਨੈਕਸਟ ਆ ਗਿਆ ਇਨ ਅ ਗੇਮ ਆਫ ਕੈਰਮ। ਆਪਾਂ ਜਦੋਂ ਕੈਰਮ ਬੋਰਡ ਖੇਡਦੇ ਹੁੰਦੇ ਹਾਂ ਉਹਦੇ ਵਿੱਚ ਵੀ ਆਪਾਂ ਕੀ ਕਰਦੇ ਹਾਂ, ਸਟਰਾਈਕਰ ਨੂੰ ਪੁਸ਼ ਕਰਦੇ ਹਾਂ। ਤਾਂ ਦੇਖੋ ਸਟਰਾਈਕਰ ਨੂੰ ਆਪਦੇ ਤੋਂ ਦੂਰ ਭੇਜਦੇ ਆ ਨਾ, ਜੇ ਆਪਦੇ ਕੋਈ ਫੋਰਸ ਲਗਾਊਗਾ ਸਟਰਾਈਕਰ ਕੀ ਆਪਣੇ ਤੋਂ ਦੂਰ ਗਿਆ, ਤਾਂ ਇਹ ਵੀ ਕੀ ਹੈ ਐਗਜ਼ਾਮਪਲ ਆਫ ਫੋਰਸ ਐਜ਼ ਅ ਪੁਸ਼। ਨੈਕਸਟ ਆ ਗਿਆ ਆਪਣੇ ਕੋਲ ਐਗਜ਼ਾਮਪਲਸ ਆਫ ਫੋਰਸ ਐਜ਼ ਅ ਪੁੱਲ। ਪੁੱਲ ਕੀ ਹੁੰਦਾ, ਕਿਸੇ ਚੀਜ਼ ਨੂੰ ਆਪਦੇ ਵੱਲ ਖਿੱਚਣਾ। ਆਪਦੇ ਵੱਲ ਵੇਖੋ, ਜਿਵੇਂ ਟੂ ਕਮ ਆਊਟ ਫਰੋਮ ਦ ਰੂਮ ਵੀ ਓਪਨ ਦ ਡੋਰ ਬਾਈ ਪੁਲਿੰਗ ਇਟ। ਅਗਰ ਆਪਾਂ ਮਤਲਬ ਕਮਰੇ 'ਚੋਂ ਬਾਹਰ ਆਉਣਾ ਚਾਹੁੰਦੇ ਹਾਂ, ਕਮਰੇ 'ਚੋਂ ਬਾਹਰ ਆਉਣ ਲਈ ਕੀ ਕਰਦੇ ਹਾਂ, ਆਪਾਂ ਡੋਰ ਨੂੰ ਪੁੱਲ ਕਰਦੇ ਹਾਂ, ਆਪਦੇ ਵੱਲ ਖਿੱਚਦੇ ਹਾਂ। ਦੇਖੋ ਇਹ ਆਪਦੇ ਵੱਲ ਖਿੱਚੂਗਾ, ਇਹਦਾ ਆਪਦੇ ਵੱਲ ਖਿੱਚਿਆ ਤਾਂ ਆਪਾਂ ਡੋਰ ਤੋਂ ਕੀ ਹੈ ਆਊਟ ਆ ਸਕਦੇ ਹਾਂ। ਨੈਕਸਟ ਹੈ ਅ ਰਿਕਸ਼ਾ ਪੁੱਲਰ ਪੁੱਲਸ ਅ ਰਿਕਸ਼ਾ। ਜਿਹੜਾ ਰਿਕਸ਼ਾ ਪੁੱਲਰ ਹੈ ਉਹ ਵੀ ਰਿਕਸ਼ਾ ਨੂੰ ਪੁੱਲ ਕਰਦਾ ਤਾਂ ਜੋ ਕਿ ਰਿਕਸ਼ਾ ਕੀ ਹੈ ਮੂਵ ਕਰ ਸਕੇ। ਨੈਕਸਟ ਆਪਾਂ ਤੇ ਦੇਖਣਾ ਹੈ ਆਈਡੈਂਟੀਫਾਈ ਹੂ ਇਜ਼ ਪੁਸ਼ਿੰਗ ਐਂਡ ਹੂ ਇਜ਼ ਪੁੱਲਿੰਗ। ਕੌਣ ਪੁਸ਼ ਕਰ ਰਿਹਾ, ਕੌਣ ਪੁੱਲ ਕਰ ਰਿਹਾ। ਠੀਕ ਹੈ, ਜਿਵੇਂ ਦੇਖੋ ਆ ਐਗਜ਼ਾਮਪਲ ਹੈ, ਇਹਦੇ ਵਿੱਚ ਕਿਹਨੇ ਪੁਸ਼ ਕੀਤਾ ਕਿਹਨੇ ਪੁੱਲ ਕੀਤਾ, ਇਹ ਹੁਣ ਤੁਹਾਡੀ ਕੰਮ ਹੈ, ਤੁਸੀਂ ਆਪੇ ਦੱਸੋ ਕਿਹਨੇ ਪੁਸ਼ ਕੀਤਾ ਕਿਹਨੇ ਪੁੱਲ ਕੀਤਾ। ਠੀਕ ਹੈ, ਨੈਕਸਟ ਆ ਗਿਆ ਅ ਫੋਰਸ ਮੇ ਪ੍ਰੋਡਿਊਸ ਫੋਲੋਇੰਗ ਇਫੈਕਟਸ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਿ ਕਿਹੜੇ ਕਿਹੜੇ ਇਫੈਕਟਸ ਹੈ, ਮਤਲਬ ਫੋਰਸ ਲਗਾਉਣ 'ਤੇ ਇੱਕ ਆਬਜੈਕਟ ਕੀ ਕੁਛ ਸ਼ੋ ਕਰਦਾ, ਕੀ ਇਫੈਕਟਸ ਸ਼ੋ ਕਰਦਾ, ਆਪਾਂ ਉਹ ਇਫੈਕਟ ਪੜ੍ਹਨੇ ਆ। ਤਾਂ ਫਸਟ ਇਫੈਕਟ ਹੈ ਅ ਫੋਰਸ ਮੇ ਸਟਾਰਟ ਮੋਸ਼ਨ। ਅਗਰ ਕੋਈ ਵੀ ਚੀਜ਼ ਦੇਖੋ ਰੈਸਟ 'ਤੇ ਪਈ ਹੈ, ਆ ਬਾਲ ਪਹਿਲਾਂ ਰੈਸਟ 'ਤੇ ਪਈ ਸੀ, ਫੋਰਸ ਲਗਾਉਣ 'ਤੇ ਕੀ ਹੋਇਆ, ਇਹ ਰੈਸਟ ਵਾਲੀ ਜਿਹੜੀ ਚੀਜ਼ ਹੈ ਇਹ ਮੋਸ਼ਨ ਵਿੱਚ ਸਟਾਰਟ ਹੋ ਗਈ। ਤਾਂ ਫੋਰਸ ਕੀ ਕਰਦੀ ਹੈ, ਇੱਕ ਰੈਸਟ ਆਬਜੈਕਟ ਨੂੰ ਮੋਸ਼ਨ ਵਿੱਚ ਚੇਂਜ ਕਰ ਦਿੰਦੀ ਹੈ। ਨੈਕਸਟ ਆਪਣਾ ਹੈਗਾ ਇਫੈਕਟ ਆਫ ਫੋਰਸ, ਆ ਫੋਰਸ ਮੇ ਚੇਂਜ ਦਾ ਸਪੀਡ ਔਰ ਡਾਇਰੈਕਸ਼ਨ। ਅਗਰ ਦੇਖੋ ਮੈਂ ਮੋਰ ਸਪੀਡ ਲਗਾਈ, ਮੈਂ ਜ਼ਿਆਦਾ ਮਤਲਬ ਫੋਰਸ ਲਗਾ ਰਹੀ ਹਾਂ ਪੈਡਲਸ 'ਤੇ, ਜ਼ਿਆਦਾ ਫੋਰਸ ਲਗਾਉਣ ਨਾਲ ਕੀ ਸਪੀਡ ਮੇਰੀ ਇਨਕਰੀਜ਼ ਹੋ ਰਹੀ ਹੈ, ਤਾਂ ਜ਼ਿਆਦਾ ਫੋਰਸ ਮਤਲਬ ਜ਼ਿਆਦਾ ਸਪੀਡ। ਸਿਮਿਲਰਲੀ ਜੇ ਮੈਂ ਕੀ ਕਰੂੰਗੀ, ਫੋਰਸ ਲਗਾਉਂਗੀ, ਫੋਰਸ ਲਗਾਉਣ ਨਾਲ ਕਿਸੇ ਵੀ ਆਬਜੈਕਟ ਦੀ ਡਾਇਰੈਕਸ਼ਨ ਵੀ ਚੇਂਜ ਹੋ ਜਾਂਦੀ ਹੈ। ਜਿਵੇਂ ਬਾਲ ਪਹਿਲਾਂ ਕੀ ਸੀਗੀ, ਇਹਦੇ ਵੱਲ ਆ ਰਹੀ ਸੀ, ਫਿਰ ਇਹਨੇ ਫੋਰਸ ਲਗਾਈ ਅਤੇ ਬਾਲ ਦੀ ਡਾਇਰੈਕਸ਼ਨ ਚੇਂਜ ਕਰਤੀ, ਤਾਂ ਫੋਰਸ ਲਗਾਉਣ ਨਾਲ ਸਪੀਡ ਵੀ ਚੇਂਜ ਹੋ ਗਈ, ਫੋਰਸ ਲਗਾਉਣ ਨਾਲ ਕੀ ਹੈ ਡਾਇਰੈਕਸ਼ਨ ਵੀ ਚੇਂਜ ਹੋ ਸਕਦੀ ਹੈ। ਆ ਫੋਰਸ ਮੇ ਬ੍ਰਿੰਗ ਮੂਵਿੰਗ ਆਬਜੈਕਟ ਇਨ ਰੈਸਟ। ਅਗਰ ਕੋਈ ਵੀ ਆਬਜੈਕਟ ਮੂਵ ਕਰ ਰਿਹਾ ਉਹਨੂੰ ਆਪਾਂ ਰੋਕਣਾ ਹੈ। ਦੇਖੋ ਕੋਈ ਆਬਜੈਕਟ ਦਾ ਮੂਵ ਕਰਕੇ ਇਹਦੇ ਵੱਲ ਆ ਰਿਹਾ ਸੀ, ਇਹਨੇ ਫੋਰਸ ਲਗਾ ਕੇ ਆਬਜੈਕਟ ਨੂੰ ਰੈਸਟ ਵਿੱਚ ਲਿਆਂਦਾ, ਤਾਂ ਫੋਰਸ ਕੇ ਮੂਵਿੰਗ ਆਬਜੈਕਟ ਨੂੰ ਰੈਸਟ ਵਿੱਚ ਵੀ ਲਿਆ ਸਕਦਾ। ਆ ਫੋਰਸ ਮੇ ਡਿਫਾਰਮ ਐਨ ਆਬਜੈਕਟ। ਡਿਫਾਰਮ ਮਤਲਬ ਟੂ ਚੇਂਜ ਸ਼ੇਪ ਔਰ ਸਾਈਜ਼, ਟੂ ਚੇਂਜ ਸ਼ੇਪ ਔਰ ਸਾਈਜ਼। ਅਗਰ ਆਪਾਂ ਕਿਸੇ ਚੀਜ਼ 'ਤੇ ਫੋਰਸ ਲਗਾਈਏ, ਮੰਨ ਲਓ ਆਪਾਂ ਕੋਈ ਬਲੂਨ 'ਤੇ ਫੋਰਸ ਲਗਾਈਏ, ਬਲੂਨ ਦੀ ਸ਼ੇਪ ਅਤੇ ਸਾਈਜ਼ ਚੇਂਜ ਹੋ ਜਾਂਦੀ ਹੈ ਨਾ। ਜਿਵੇਂ ਐਗਜ਼ਾਮਪਲ ਦੇਖੋ, ਅਗਰ ਮੈਂ ਇਸ ਬਾਸਕਟਬਾਲ 'ਤੇ ਫੋਰਸ ਲਗਾਉਂਗੀ ਤਾਂ ਉਹਦੇ ਨਾਲ ਕੀ ਹੈ ਬਾਸਕਟਬਾਲ ਦੀ ਸ਼ੇਪ ਅਤੇ ਸਾਈਜ਼ ਕੀ ਹੈ ਚੇਂਜ ਹੋ ਗਿਆ। ਮਤਲਬ ਕਿ ਕੋਈ ਵੀ ਫੋਰਸ ਲਗਾਉਣ ਨਾਲ ਆਪਾਂ ਸ਼ੇਪ ਅਤੇ ਸਾਈਜ਼ ਕੀ ਹੈ ਉਹਨੂੰ ਡਿਫਾਰਮ ਕਰ ਸਕਦੇ ਹਾਂ ਕਿਸੇ ਵੀ ਆਬਜੈਕਟ ਨੂੰ। ਨੈਕਸਟ ਆ ਗਿਆ ਆਪਣੇ ਕੋਲ ਰਿਜ਼ਲਟੈਂਟ ਫੋਰਸ। ਰਿਜ਼ਲਟੈਂਟ ਫੋਰਸ ਦਾ ਮਤਲਬ ਕਿ ਮੰਨ ਲਓ ਇੱਥੇ ਇੱਕ ਬਾਕਸ ਹੈ, ਜੇ ਮੈਂ ਇੱਕ ਬਾਕਸ 'ਤੇ ਇੱਦਾਂ ਫੋਰਸ ਲਗਾ ਰਹੀ ਹਾਂ, ਮਤਲਬ ਇੱਕ ਬਾਕਸ ਨੂੰ ਪੁਸ਼ ਜਾਂ ਪੁੱਲ ਕਰ ਰਹੀ ਹਾਂ, ਉਹ ਤਾਂ ਮੈਂ ਸਿੰਗਲ ਫੋਰਸ ਲਗਾ ਰਹੀ ਹਾਂ, ਮੇਰੀ ਆਪਦੀ ਇਕੱਲੀ ਦੀ ਫੋਰਸ ਹੈ। ਬਟ ਮੰਨ ਲਓ ਬਾਕਸ, ਇਹ ਵਾਲਾ ਬਾਕਸ ਕਾਫੀ ਭਾਰਾ ਹੈ
ਤੇ ਕਾਫੀ ਭਾਰਾ ਬਾਕਸ ਹੋਣ ਕਰਕੇ ਮੈਨੂੰ 2 ਪਰਸਨਸ ਲਿਆਉਣੇ ਪਏ। 2 ਪਰਸਨਸ ਦੋਨੋਂ ਕੀ ਹੈ, ਇੱਕੋ ਆਬਜੈਕਟ 'ਤੇ ਫੋਰਸ ਲਗਾ ਰਹੇ ਆ। ਜਦੋਂ 2 ਜਾਂ 2 ਤੋਂ ਵੱਧ ਫੋਰਸਿਸ ਲੱਗਦੇ ਆ ਕੋਈ ਇੱਕ ਸੇਮ ਆਬਜੈਕਟ ਦੇ, ਉਹਨੂੰ ਬੋਲਦੇ ਹਾਂ ਆਪਾਂ ਰਿਜ਼ਲਟੈਂਟ ਫੋਰਸ। ਰਿਜ਼ਲਟੈਂਟ ਫੋਰਸ ਮਤਲਬ ਟੋਟਲ ਫੋਰਸ ਆਫ ਦੀਸ ਬੋਥ ਬॉयज़। ਮੰਨ ਲਓ ਇਹ ਵਾਲਾ ਹੈਗਾ 5 ਨਿਊਟਨ ਲਗਾ ਰਿਹਾ, ਸੈਕਿੰਡ ਬॉय 6 ਨਿਊਟਨ ਲਗਾ ਰਿਹਾ। ਤਾਂ ਰਿਜ਼ਲਟੈਂਟ ਫੋਰਸ ਮਤਲਬ ਕਿ ਇਹ ਬਾਕਸ 'ਤੇ ਟੋਟਲ ਫੋਰਸ ਕਿੰਨੀ ਲੱਗ ਰਹੀ ਹੈ, 6 ਨਿਊਟਨ ਪਲੱਸ 5 ਨਿਊਟਨ ਦੈਟ ਇਜ਼ 11 ਨਿਊਟਨ। ਮਤਲਬ ਟੋਟਲ ਫੋਰਸ ਇਹਦੇ ਰਿਜ਼ਲਟੈਂਟ ਫੋਰਸ ਲੱਗ ਰਹੀ ਹੈ 11 ਨਿਊਟਨ। ਬਟ ਕੰਡੀਸ਼ਨ ਕਿ ਦੋਨੋਂ ਸੇਮ ਡਾਇਰੈਕਸ਼ਨ 'ਚ ਲਾ ਰਹੇ ਹੈ। ਜੇ ਤਾਂ ਦੋਨੋਂ ਫੋਰਸਿਸ ਸੇਮ ਡਾਇਰੈਕਸ਼ਨ 'ਚ ਲੱਗ ਰਹੀਆਂ ਤਾਂ ਦੋਨੋਂ ਫੋਰਸਿਸ ਐਡ ਹੋ ਜਾਣਗੀਆਂ। ਜੇ ਆਹੀ ਬਾਕਸ 'ਤੇ ਹੁਣ ਫੋਰਸਿਸ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਹੀ ਹੈ, ਇਹ ਇੱਧਰ ਨੂੰ 6 ਨਿਊਟਨ ਫੋਰਸ ਲਗਾਈ ਜਾਂਦਾ ਹੈ, ਇਹ ਇੱਧਰ ਨੂੰ 5 ਨਿਊਟਨ ਫੋਰਸ ਲਗਾਈ ਜਾਂਦਾ ਹੈ, ਤਾਂ ਰਿਜ਼ਲਟੈਂਟ ਫੋਰਸ ਕਿੰਨੀ ਹੋਊਗੀ? ਰਿਜ਼ਲਟੈਂਟ ਫੋਰਸ ਆਪਾਂ ਹੁਣ ਮਾਈਨਸ ਕਰਾਂਗੇ। ਜੇ ਤਾਂ ਸੇਮ ਡਾਇਰੈਕਸ਼ਨ 'ਚ ਗਿਆ ਤਾਂ ਪਲੱਸ ਕਰਾਂਗੇ, ਜੇ ਡਿਫਰੈਂਟ ਡਾਇਰੈਕਸ਼ਨ 'ਚ ਫੋਰਸ ਲੱਗ ਰਹੀ ਹੈ ਤਾਂ ਆਪਾਂ ਫੋਰਸਿਸ ਨੂੰ ਮਾਈਨਸ ਕਰਾਂਗੇ। ਮਤਲਬ ਐਕਚੁਅਲੀ ਇਹ ਬਾਕਸ 'ਤੇ 1 ਨਿਊਟਨ ਫੋਰਸ ਲੱਗ ਰਹੀ ਹੈ। ਹੁਣ ਦੇਖੋ ਬਾਕਸ ਕਿੱਧਰਲੇ ਪਾਸੇ ਮੂਵ ਕਰੂਗਾ, ਇਹ ਇੱਧਰੋਂ 6 ਨਿਊਟਨ ਫੋਰਸ ਲਗਾਈ ਜਾਂਦਾ ਹੈ, ਆਹ ਵਾਲਾ ਪਰਸਨ ਇੱਧਰੋਂ 5 ਨਿਊਟਨ ਫੋਰਸ ਲਗਾਈ ਜਾਂਦਾ ਹੈ। ਕੌਣ ਵੱਧ ਫੋਰਸ ਲਗਾ ਰਿਹਾ? 6 ਨਿਊਟਨ ਵਾਲਾ ਫੋਰਸ ਵੱਧ ਲਗਾ ਰਿਹਾ ਨਾ, ਮਤਲਬ ਬਾਕਸ ਮਾੜਾ ਜਿਹਾ ਇੱਧਰ ਨੂੰ ਮੂਵ ਕਰੂਗਾ, ਇਹ 5 ਨਿਊਟਨ ਵਾਲਾ ਇੱਧਰ ਮੂਵ ਨਹੀਂ ਕਰਵਾ ਸਕਦਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਟਾਈਪਸ ਆਫ ਫੋਰਸਿਸ। ਜਿਹੜਾ ਆਪਾਂ ਹੁਣੇ ਫੋਰਸ ਪੜ੍ਹਿਆ ਸੀ ਕਿ ਫੋਰਸ ਪੁਸ਼ ਔਰ ਪੁੱਲ ਟੂ ਐਨ ਆਬਜੈਕਟ ਹੁੰਦਾ ਹੈ, ਇਹ ਫੋਰਸਿਸ 2 ਤਰ੍ਹਾਂ ਦੇ ਹੁੰਦੇ ਆ। ਪਹਿਲੇ ਹੁੰਦੇ ਆ ਕੰਟੈਕਟ ਫੋਰਸ, ਸੈਕਿੰਡ ਹੁੰਦਾ ਨਾਨ ਕੰਟੈਕਟ ਫੋਰਸ। ਠੀਕ ਹੈ, ਜਿਵੇਂ ਨਾਮ ਤੋਂ ਹੀ ਕਲੀਅਰ ਹੈ ਕੰਟੈਕਟ ਫੋਰਸ ਅਤੇ ਨਾਨ ਕੰਟੈਕਟ ਫੋਰਸ ਮਤਲਬ ਕੀ ਹੈ। ਕੰਟੈਕਟ ਫੋਰਸ ਉਹ ਵਾਲੀਆਂ ਫੋਰਸ ਹੁੰਦੀਆਂ ਜਿਹਦੇ ਵਿੱਚ ਆਪਾਂ ਨੂੰ ਕੰਟੈਕਟ ਕਰਨਾ ਪੈਂਦਾ, ਮਤਲਬ 2 ਬਾਡੀਜ਼ ਨੂੰ ਕੰਟੈਕਟ ਵਿੱਚ ਲਿਆਉਣਾ ਪੈਂਦਾ ਤਾਂ ਫੋਰਸ ਲੱਗਦੀ ਹੈ। ਜਿਵੇਂ ਹੁਣ ਆ ਵੇਟ ਲਿਫਟਰ ਹੈ ਅਤੇ ਆ ਵੇਟ ਪਿਆ, ਜੇ ਇਹ ਵੇਟ ਲਿਫਟਰ ਆ ਵੇਟ ਨੂੰ ਚੱਕਣਾ ਚਾਹੁੰਦਾ ਹੈ ਤਾਂ ਉਹਨੂੰ ਓਬਵੀਅਸ ਆਪਦੇ ਹੈਂਡਸ ਲਗਾਉਣੇ ਪੈਣਗੇ, ਹੈਂਡ ਨਾਲ ਫੋਰਸ ਲਾਉਣੀ ਪਊਗੀ ਤਾਂ ਹੀ ਇਹ ਵੇਟ ਉੱਪਰ ਜਾਊਗਾ। ਕਿ ਇਹਨੂੰ ਸਿਰਫ ਦੇਖੀ ਜਾਵੇ ਤਾਂ ਵੇਟ ਉੱਪਰ ਚੱਲ ਜੂਗਾ? ਤਾਂ ਓਬਵੀਅਸਲੀ ਨੋ। ਤਾਂ ਇਹਦੇ ਵਿੱਚ ਕੀ ਹੈ, ਆਪਾਂ ਨੂੰ ਕੰਟੈਕਟ ਲਾਉਣਾ ਪਿਆ 2 ਫੋਰਸਿਸ ਦੇ ਵਿੱਚ। ਜਦੋਂ 2 ਫੋਰਸਿਸ ਕੰਟੈਕਟ ਵਿੱਚ ਆਉਂਦੀਆਂ, ਫਿਜ਼ੀਕਲ ਕੰਟੈਕਟ ਵਿੱਚ ਆਉਂਦੀਆਂ, ਤਾਂ ਉਹਨੂੰ ਕੰਟੈਕਟ ਫੋਰਸਿਸ ਕਹਿੰਦੇ ਆ। ਠੀਕ ਹੈ, ਜਿਵੇਂ ਮਸਕੂਲਰ ਫੋਰਸ ਹੋ ਗਈ ਵੀ ਇਹਨੇ ਮਸਲਸ ਨਾਲ ਫੋਰਸ ਲਗਾਉਣੀ ਹੈ ਨਾ, ਤਾਂ ਇਹ ਮਸਕੂਲਰ ਫੋਰਸ ਕੀ ਹੋਊਗੀ? ਕੰਟੈਕਟ ਫੋਰਸ ਹੋਊਗੀ। ਨੈਕਸਟ ਆ ਗਿਆ ਆਪਣੇ ਕੋਲ ਨਾਨ ਕੰਟੈਕਟ ਫੋਰਸ। ਨਾਨ ਕੰਟੈਕਟ ਫੋਰਸ ਦੀ ਜਿਵੇਂ ਐਗਜ਼ਾਮਪਲ ਦਿੰਦੀ ਹਾਂ, ਮੰਨ ਲਓ ਮੇਰੇ ਕੋਲ ਇੱਥੇ ਇੱਕ ਕੀ ਹੈ, ਪੈਨ ਹੈ। ਠੀਕ ਹੈ, ਮੈਂ ਪੈਨ ਨੂੰ ਕੀ ਕਰਨਾ ਹੈ, ਇੱਥੋਂ ਉੱਪਰੋਂ ਨੀਚੇ ਸੁੱਟਣਾ ਹੈ। ਹੁਣ ਜ਼ਰੂਰੀ ਹੈ ਕਿ ਮੈਂ ਪੈਨ ਨੂੰ ਇੱਥੋਂ ਪਹਿਲਾਂ ਚੱਕ ਕੇ ਉੱਪਰੋਂ ਫਿਰ ਨੀਚੇ ਇੱਧਰ ਰੱਖਾਂ ਫਿਰ ਹੀ ਪੈਨ ਨੀਚੇ ਜਾਊਗਾ, ਕਿ ਡਾਇਰੈਕਟਲੀ ਮੈਂ ਇੱਥੋਂ ਪੈਨ ਨੂੰ ਐ ਛੱਡਦਾ ਆਪੇ ਨੀਚੇ ਚੱਲ ਜੂਗਾ? ਆਪੇ ਨੀਚੇ ਚੱਲ ਜੂਗਾ ਨਾ, ਕਿਉਂ? ਕਿਉਂਕਿ ਇੱਥੇ ਗ੍ਰੈਵੀਟੇਸ਼ਨਲ ਫੋਰਸ ਹੈ। ਗ੍ਰੈਵੀਟੇਸ਼ਨਲ ਫੋਰਸ ਕੀ ਹੈ? ਨਾਨ ਕੰਟੈਕਟ ਫੋਰਸ ਹੈ, ਜਿਹਦੇ ਵਿੱਚ ਮੈਨੂੰ ਪੈਨ ਨੂੰ ਚੱਕ ਕੇ ਨੀਚੇ ਰੱਖਣ ਦੀ ਲੋੜ ਨਹੀਂ ਪਈ, ਮੈਂ ਡਾਇਰੈਕਟ ਉੱਪਰੋਂ ਪੈਨ ਛੱਡਤਾ, ਉਹ ਨੀਚੇ ਆਪਣੇ ਆਪ ਪਹੁੰਚ ਗਿਆ। ਉਹ ਨਾਨ ਕੰਟੈਕਟ ਫੋਰਸ ਹੁੰਦੀ ਹੈ, ਜਿਹਦੇ ਵਿੱਚ 2 ਆਬਜੈਕਟ ਦਾ ਕੰਟੈਕਟ ਕਰਾਉਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਫਿਜ਼ੀਕਲ ਕੰਟੈਕਟ ਕਰਾਉਣ ਦੀ ਲੋੜ ਨਹੀਂ ਹੁੰਦੀ। ਜਿਵੇਂ ਆਪਣੇ ਕੋਲ ਮੈਗਨੇਟ ਹੈ, ਇੱਥੇ ਆਇਰਨ ਨੇਲਸ ਪਈਆਂ ਸੀ, ਹੁਣ ਜ਼ਰੂਰੀ ਹੈ ਕਿ ਆਇਰਨ ਨੇਲ ਨੂੰ ਚੱਕ ਕੇ ਮੈਗਨੇਟ ਕੋਲ ਰੱਖੀਏ ਫਿਰ ਹੀ ਅਟਰੈਕਸ਼ਨ ਹੋਊਗੀ? ਇਹਨੇ ਕੀ ਕਰਨਾ, ਮੈਗਨੇਟ ਨੇ ਮਾੜਾ ਆਇਰਨ ਨੇਲ ਕੋਲ ਇੱਥੇ ਇੱਦਾਂ ਜਾਣਾ ਅਤੇ ਆਪਦੇ ਵੱਲ ਉਵੇਂ ਅਟਰੈਕਟ ਕਰ ਲੈਣਾ, ਕੋਈ ਵੀ ਇਹਨੂੰ ਕੰਟੈਕਟ ਵਿੱਚ ਲਿਆਉਣ ਦੀ ਲੋੜ ਨਹੀਂ ਹੈਗੀ। ਤਾਂ ਇਹ ਹੁੰਦੀ ਆਪਣੇ ਕੋਲ ਨਾਨ ਕੰਟੈਕਟ ਫੋਰਸਿਸ। ਨੈਕਸਟ ਆ ਗਿਆ ਆਪਣੇ ਕੋਲ ਫ੍ਰਿਕਸ਼ਨ। ਫ੍ਰਿਕਸ਼ਨ ਕੀ ਹੁੰਦਾ? ਜਿਵੇਂ ਤੁਸੀਂ ਮੰਨ ਲਓ ਦੇਖਿਆ ਹੋਊਗਾ, ਅਗਰ ਆਪਣੇ ਕੋਲ ਕੋਈ ਵੀ ਸਰਫੇਸ ਹੈ, ਮੈਂ ਕੀ ਕੀਤਾ, ਇੱਥੋਂ ਬਾਲ ਇੱਦਾਂ ਸੁੱਟਣੀ ਸ਼ੁਰੂ ਕਰਤੀ, ਬਾਲ ਨੂੰ ਮੈਂ ਥੋੜ੍ਹਾ ਫੋਰਸ ਲਗਾਈ ਅਤੇ ਬਾਲ ਮੂਵ ਕਰਨੀ ਸ਼ੁਰੂ ਕਰ ਗਈ ਸਰਫੇਸ 'ਤੇ। ਹੁਣ ਜਿਹੜੀ ਇਹ ਬਾਲ ਹੈ ਇਹ ਕੁਛ ਕੁ ਟਾਈਮ ਬਾਅਦ ਸਟੋਪ ਕਰ ਜੂਗੀ ਕਿ ਬਾਲ ਸਾਰੇ ਸਾਲ ਚੱਲਦੀ ਰਹੂ? ਨਹੀਂ ਨਾ, ਬਾਲ ਕੁਛ ਕੁ ਟਾਈਮ ਬਾਅਦ ਰੁਕ ਜੂਗੀ। ਬਾਲ ਕਿਉਂ ਰੁਕ ਜੂਗੀ? ਕਿਉਂਕਿ ਬਾਲ ਅਤੇ ਸਰਫੇਸ ਦੇ ਵਿੱਚ ਫ੍ਰਿਕਸ਼ਨ ਫੋਰਸ ਹੈ। ਫ੍ਰਿਕਸ਼ਨ ਫੋਰਸ ਕੀ ਕਰਦਾ ਹੈ, ਹਮੇਸ਼ਾ ਇਹ ਕਿਸੇ ਵੀ ਮੋਸ਼ਨ ਆਫ ਐਨ ਆਬਜੈਕਟ ਨੂੰ ਸਲੋ ਡਾਊਨ ਕਰ ਦਿੰਦਾ ਜਾਂ ਉਹਨੂੰ ਸਟੋਪ ਕਰ ਦਿੰਦਾ, ਉਹਨੂੰ ਆਪਾਂ ਬੋਲਦੇ ਹਾਂ ਫ੍ਰਿਕਸ਼ਨਲ ਫੋਰਸ। ਫ੍ਰਿਕਸ਼ਨਲ ਫੋਰਸ ਇੱਕ ਨੈਚੁਰਲ ਫੋਰਸ ਹੀ ਹੈ, ਵੀ ਨੈਚੁਰਲੀ ਕਿਹੜਾ ਆਪਾਂ ਉੱਥੇ ਇਹਨੂੰ ਰੋਕ ਰਹੇ ਹਾਂ ਜਾ ਕੇ, ਜਾਂ ਕੋਈ ਐਕਸਟਰਨਲ ਫੋਰਸ ਲੱਗ ਰਹੀ ਹੈ, ਨੇਚਰ ਨਾਲ ਹੀ ਹੈ। ਬਸ ਸਰਫੇਸ ਨੇ ਕੀ ਕੀਤਾ, ਹੌਲੀ ਹੌਲੀ ਇਹ ਬਾਲ ਨੂੰ ਸਲੋ ਡਾਊਨ ਕਰ ਦੇਣਾ, ਤਾਂ ਉਹ ਫੋਰਸ ਨੂੰ ਆਪਾਂ ਫ੍ਰਿਕਸ਼ਨਲ ਫੋਰਸ ਜਾਂ ਫ੍ਰਿਕਸ਼ਨ ਬੋਲਦੇ ਹਾਂ। ਪ੍ਰੋਪਰਟੀਜ਼ ਕੀ ਹੈ ਫ੍ਰਿਕਸ਼ਨ ਦੀਆਂ? ਜਿਹੜੀ ਫ੍ਰਿਕਸ਼ਨਲ ਫੋਰਸ ਇਜ਼ ਪ੍ਰੋਡਿਊਸਡ ਓਨਲੀ ਵੈਨ ਵਨ ਆਬਜੈਕਟ ਐਕਚੁਅਲੀ ਮੂਵ। ਅਗਰ ਇੱਕ ਆਬਜੈਕਟ ਐਕਚੁਅਲੀ ਮੂਵ ਕਰਦਾ ਪਿਆ ਕਿਸੇ ਸਰਫੇਸ ਉੱਪਰ, ਕਿਸੇ ਮਤਲਬ ਨੀਚੇ ਜ਼ਮੀਨ 'ਤੇ ਮੰਨ ਲਓ ਮੂਵ ਕਰਦਾ ਪਿਆ, ਜੇ ਬਾਲ ਦਾ ਕੰਟੈਕਟ ਹੋਊਗਾ ਸਰਫੇਸ ਨਾਲ ਤਾਂ ਬਾਲ ਕੀ ਹੌਲੀ ਹੌਲੀ ਰੁਕਣੀ ਸ਼ੁਰੂ ਹੋ ਜਾਊਗੀ, ਕਿਉਂਕਿ ਇਹਦੇ ਵਿੱਚ ਫ੍ਰਿਕਸ਼ਨਲ ਫੋਰਸ ਆਊਗਾ। ਬਟ ਇਹ ਕੰਡੀਸ਼ਨ ਹੈ ਕਿ ਕੰਟੈਕਟ ਹੋਣਾ ਚਾਹੀਦਾ, ਟੱਚ ਹੋਣੇ ਚਾਹੀਦੇ, ਫਿਰ ਰੁਕੂਗੀ ਆਰਾਮ ਨਾਲ। ਠੀਕ ਹੈ, ਦੂਜਾ ਕੀ ਹੈ, ਆ ਫ੍ਰਿਕਸ਼ਨਲ ਫੋਰਸ ਅਪੋਜ਼ਿਸ ਦਾ ਮੋਸ਼ਨ। ਓਬਵੀਅਸ ਹੈ ਫ੍ਰਿਕਸ਼ਨਲ ਫੋਰਸ ਹੈ ਤਾਂ ਇਹ ਕੀ ਕਰੂਗੀ, ਫ੍ਰਿਕਸ਼ਨਲ ਫੋਰਸ ਹੌਲੀ ਹੌਲੀ ਮੋਸ਼ਨ ਨੂੰ ਸਲੋ ਡਾਊਨ ਜਾਂ ਰੋਕ ਦਿਓ। ਅਪੋਜ਼ਿਸ ਮਤਲਬ ਉਹਨੂੰ ਰੋਕਣਾ ਸ਼ੁਰੂ ਕਰ ਦੂਗੀ। ਠੀਕ ਹੈ, ਅਤੇ ਜੇ ਮੰਨ ਲਓ ਬਾਲ ਇੱਧਰਲੇ ਪਾਸੇ ਮੂਵ ਕਰਦੀ ਪਈ ਹੈ ਤਾਂ ਫ੍ਰਿਕਸ਼ਨ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੀ ਹੁੰਦੀ ਹੈ। ਫ੍ਰਿਕਸ਼ਨ ਕੀ ਕਰਦੀ ਹੈ, ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਕੇ ਬਾਲ ਨੂੰ ਸਲੋ ਡਾਊਨ ਕਰ ਦਿੰਦੀ ਹੈ। ਨੈਕਸਟ ਹੈ ਅਮਾਊਂਟ ਆਫ ਫ੍ਰਿਕਸ਼ਨਲ ਫੋਰਸ ਡਿਪੈਂਡ ਅਪੋਨ ਰਫਨੈਸ ਔਰ ਸਮੂਥਨੈਸ। ਅਗਰ ਮੇਰੇ ਕੋਲ ਕੋਈ ਆਬਜੈਕਟ ਹੈ, ਸਰਫੇਸ ਹੈ, ਮੰਨ ਲਓ ਸਰਫੇਸ ਬਹੁਤ ਜ਼ਿਆਦਾ ਰਫ ਹੈ,
ਤੇ ਮੈਂ ਬੋਲ ਨੂੰ ਮੂਵ ਕਰਾਉਣਾ ਸ਼ੁਰੂ ਕੀਤਾ। ਹੁਣ ਦੇਖੋ ਫ੍ਰਿਕਸ਼ਨ ਫੋਰਸ ਐਕਚੁਅਲੀ ਆਉਂਦੀ ਕਿਵੇਂ ਆ। ਦੇਖੋ ਇੱਥੇ ਬਹੁਤ ਸਾਰੀ ਰਫ ਸਰਫੇਸ ਹੈ, ਬੜੀ ਸੀਮੈਂਟਡ ਜਿਹਾ ਫਲੋਰ ਹੈ, ਰਫ ਸਰਫੇਸ ਹੈ। ਤੇ ਜਿਹੜਾ ਆਪਾਂ ਆਬਜੈਕਟ ਮੰਨ ਲਓ ਬੋਲ ਹੈ, ਐਕਚੁਅਲੀ ਵੈਸੇ ਬੋਲ ਦੇਖਣ 'ਚ ਤਾਂ ਲੱਗਦੀ ਨਹੀਂ ਵੀ ਰਫ ਹੋਊਗੀ, ਬੋਲ ਤਾਂ ਬੜੀ ਸਮੂਥ ਜਿਹੀ ਲੱਗਦੀ ਹੈ, ਬਟ ਮਾਈਕਰੋਸਕੋਪਿਕ ਲੈਵਲ 'ਤੇ ਦੇਖੋਗੇ ਨਾ ਬੋਲ ਵਿੱਚ ਵੀ ਕਾਫੀ ਮਤਲਬ ਰਫ ਹੁੰਦੀ ਹੈ ਬੋਲ ਵੀ। ਤਾਂ ਬੋਲ ਦੀ ਵੀ ਰਫਨੈਸ ਹੋਊਗੀ, ਥੱਲੋਂ ਕੀ ਹੈ ਸਰਫੇਸ ਦੀ ਵੀ ਰਫਨੈਸ ਹੈ। ਜਦੋਂ ਦੋਨੋਂ ਰਫਨੈਸ ਕੀ ਇਹਦਾ ਇੰਟਰਲੌਕ ਕਰਨਗੀਆਂ, ਇਹਦਾ ਇਕੱਠੀਆਂ ਹੋਣਗੀਆਂ, ਤਾਂ ਉੱਥੇ ਫ੍ਰਿਕਸ਼ਨਲ ਫੋਰਸ ਐਕਟ ਕਰਦੀ ਹੈ। ਇੱਦਾਂ ਫ੍ਰਿਕਸ਼ਨ ਫੋਰਸ ਐਕਟ ਕਰਦੀ ਹੈ ਦੋਨੋਂ ਸਰਫੇਸਿਸ ਦੀ ਰਫਨੈਸ ਨੂੰ ਜਦੋਂ ਇੰਟਰਲੌਕ ਹੋ ਜਾਂਦਾ ਉਦੋਂ ਫ੍ਰਿਕਸ਼ਨ ਫੋਰਸ ਆਉਂਦੀ ਹੈ। ਹੁਣ ਫ੍ਰਿਕਸ਼ਨ ਫੋਰਸ ਵੀ ਡਿਪੈਂਡ ਕਰਦੀ ਹੈ, ਜੇ ਤਾਂ ਸਰਫੇਸ ਬਹੁਤ ਜ਼ਿਆਦਾ ਰਫ ਹੈ ਅਤੇ ਆਹ ਬੋਲ ਵੀ ਰਫ ਸੀਗੀ, ਤਾਂ ਜਿਹੜਾ ਆਬਜੈਕਟ ਆ ਬਹੁਤ ਜਲਦੀ ਸਲੋ ਡਾਊਨ ਹੋ ਜਾਊਗਾ। ਬਟ ਜੇ ਮੈਂ ਕੀ ਹੈ ਬਹੁਤ ਸਮੂਥ ਸਰਫੇਸ ਲਿਆ, ਮੰਨ ਲਓ ਮੈਂ ਇੱਥੇ ਆਈਸ ਲੈ ਲਈ, ਆਈਸ ਵਿੱਚ ਬਹੁਤ ਘੱਟ ਇਰੈਗੂਲਰਿਟੀਜ਼ ਹੁੰਦੀਆਂ, ਬਹੁਤ ਘੱਟ ਇਰੈਗੂਲਰਿਟੀਜ਼ ਹੈ, ਮੈਂ ਸੇਮ ਬੋਲ ਨੂੰ ਕੀ ਹੈ ਮੂਵ ਕਰਵਾਇਆ, ਤਾਂ ਇੱਥੇ ਜਿਹੜੀ ਬੋਲ ਹੈ ਉਹ ਜ਼ਿਆਦਾ ਟਾਈਮ ਲਈ ਮੂਵ ਕਰੀ ਜਾਊਗੀ, ਰੁਕੂਗੀ ਤਾਂ ਸਹੀ ਬਟ ਕੁਛ ਕੁ ਟਾਈਮ ਜ਼ਿਆਦਾ ਮੂਵ ਕਰੂਗੀ ਐਜ਼ ਕੰਪੇਅਰ ਟੂ ਰਫ ਸਰਫੇਸ। ਓਬਵੀਅਸ ਹੈ ਰਫ ਸਰਫੇਸ ਵਿੱਚ ਬੋਲ ਜਲਦੀ ਰੁਕ ਜੂਗੀ, ਸਮੂਥ ਸਰਫੇਸ ਵਿੱਚ ਬੋਲ ਜ਼ਿਆਦਾ ਤੇਜ਼ ਚੱਲੂਗੀ। ਕਿਉਂਕਿ ਇੱਥੇ ਲੈਸ ਇਰੈਗੂਲਰਿਟੀਜ਼ ਹੈ, ਇੱਥੇ ਇਰੈਗੂਲਰਿਟੀਜ਼ ਜੋ ਹੈਗੀਆਂ ਸੀ ਹੈਗੀਆਂ, ਇੱਥੇ ਇੰਟਰਲੌਕਿੰਗ ਘੱਟ ਹੋਈ ਨਾ, ਇੰਟਰਲੌਕ ਘੱਟ ਹੋਏ, ਇੰਟਰਲੌਕ ਘੱਟ ਹੋਣ ਕਰਕੇ ਫ੍ਰਿਕਸ਼ਨ ਘੱਟ ਹੈ, ਇੱਥੇ ਇੰਟਰਲੌਕਿੰਗ ਜ਼ਿਆਦਾ ਹੋਣ ਕਰਕੇ ਫ੍ਰਿਕਸ਼ਨ ਜ਼ਿਆਦਾ ਹੈ। ਨੈਕਸਟ ਆ ਗਿਆ ਅਮਾਊਂਟ ਆਫ ਫ੍ਰਿਕਸ਼ਨ ਵੇਰੀ ਫਰਮ ਸਰਫੇਸ ਟੂ ਸਰਫੇਸ। ਇਹ ਵੀ ਓਬਵੀਅਸ ਹੈ ਅਮਾਊਂਟ ਆਫ ਫ੍ਰਿਕਸ਼ਨ ਜਿਹੜੇ ਸਰਫੇਸ ਟੂ ਸਰਫੇਸ ਵੇਰੀ ਕਰਦਾ ਹੈ। ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਵੁਡਨ ਸਰਫੇਸ ਹੈ, ਇੱਥੇ ਮੇਰੇ ਕੋਲ ਇੱਕ ਸੀਮੈਂਟਡ ਸਰਫੇਸ ਹੈ, ਇੱਕ ਮੇਰੇ ਕੋਲ ਹੈਗਾ ਆਈਸ ਸਰਫੇਸ, ਪੂਰਾ ਸਨੋ ਦਾ ਸਰਫੇਸ ਹੈ। ਐਕਚੁਅਲੀ ਵੁਡਨ ਸਰਫੇਸ ਵਿੱਚ ਬਹੁਤ ਜ਼ਿਆਦਾ ਇਰੈਗੂਲਰਿਟੀਜ਼ ਹੁੰਦੀਆਂ, ਸੀਮੈਂਟਡ ਫਲੋਰ ਵਿੱਚ ਵੀ ਹੁੰਦੀਆਂ ਇਰੈਗੂਲਰਿਟੀ ਠੀਕ ਠਾਕ, ਮਤਲਬ ਵੁਡਨ ਨਾਲੋਂ ਘੱਟ ਹੁੰਦੀਆਂ। ਆਈਸ ਵਿੱਚ ਤਾਂ ਜਿਹੜੇ ਇਰੈਗੂਲਰਿਟੀਜ਼ ਬਹੁਤ ਘੱਟ ਹੁੰਦੀਆਂ। ਤਾਂ ਮੈਂ ਮੇਰੇ ਕੋਲ ਬੋਲ ਹੈ ਆਹ ਵਾਲੀ, ਮੈਂ ਸੇਮ ਬੋਲ ਨੂੰ ਤਿੰਨੋਂ ਸਰਫੇਸਿਸ 'ਤੇ ਮੂਵ ਕਰਵਾਉਣਾ, ਤਾਂ ਵੁਡਨ ਬੋਲ 'ਚ ਇਰੈਗੂਲਰਿਟੀਜ਼ ਹੋਣ ਕਰਕੇ ਇੰਟਰਲੌਕਿੰਗ ਜ਼ਿਆਦਾ ਹੋਊਗੀ, ਸੀਮੈਂਟਡ ਫਲੋਰ ਵਿੱਚ ਵੀ ਠੀਕ ਠਾਕ ਜਿਹੀਆਂ ਇਰੈਗੂਲਰਿਟੀਜ਼ ਹੋਣ ਕਰਕੇ ਇੰਟਰਲੌਕਿੰਗ ਹੋਊਗੀ, ਇਹਦੇ ਵਿੱਚ ਇਰੈਗੂਲਰਿਟੀਜ਼ ਘੱਟ ਹੋਣ ਕਰਕੇ ਮਤਲਬ ਜਿਹੜੀ ਇੰਟਰਲੌਕਿੰਗ ਉਹ ਘੱਟ ਹੋਊਗੀ। ਤਾਂ ਵੁਡਨ ਫਲੋਰ 'ਤੇ ਜਿਹੜੀ ਬੋਲ ਆ ਜਲਦੀ ਰੁਕ ਜੂਗੀ, ਸੀਮੈਂਟਡ ਫਲੋਰ 'ਤੇ ਐਜ਼ ਕੰਪੇਅਰ ਟੂ ਵੁਡਨ ਫਲੋਰ ਜਿਹੜੀ ਬੋਲ ਆ ਮੂਵ ਕਰਦੀ ਰਹੂਗੀ, ਆਈਸ ਫਲੋਰ 'ਤੇ ਬਹੁਤ ਟਾਈਮ ਤੱਕ ਜਿਹੜਾ ਬੋਲ ਆ ਉਹ ਮੂਵ ਕਰਦੀ ਰਹੂਗੀ। ਠੀਕ ਹੈ। ਦ ਅਮਾਊਂਟ ਆਫ ਫ੍ਰਿਕਸ਼ਨ ਡਿਪੈਂਡਸ ਅਪੋਨ ਮਾਸ ਆਫ ਆਬਜੈਕਟ ਮੂਵਿੰਗ। ਹੁਣ ਦੇਖੋ ਅਗਰ ਕੋਈ ਵੀ ਸਰਫੇਸ 'ਤੇ ਭਾਰਾ ਆਬਜੈਕਟ ਮੂਵ ਕਰਦਾ ਪਿਆ ਤਾਂ ਭਾਰਾ ਆਬਜੈਕਟ ਜਲਦੀ ਰੁਕ ਜੂਗਾ, ਅਤੇ ਜੇ ਮੈਂ ਉਸੇ ਸਰਫੇਸ 'ਤੇ ਨਿੱਕੀ ਜਿਹੀ ਬੋਲ ਮੂਵ ਕਰਾਈ ਤਾਂ ਬੋਲ ਕੀ ਹੈ ਜ਼ਿਆਦਾ ਜਲਦੀ ਮੂਵ ਕਰੀ ਜਾਊਗੀ। ਤਾਂ ਜਿੰਨਾ ਮਾਸ ਜ਼ਿਆਦਾ ਹੁੰਦਾ ਓਨੀ ਫ੍ਰਿਕਸ਼ਨ ਜ਼ਿਆਦਾ ਹੁੰਦੀ ਹੈ, ਓਨੀ ਰੁਕਾਵਟ ਜ਼ਿਆਦਾ ਹੁੰਦੀ ਹੈ, ਜਿੰਨਾ ਮਾਸ ਘੱਟ ਹੁੰਦਾ ਓਨੀ ਰੁਕਾਵਟ ਘੱਟ ਹੁੰਦੀ ਹੈ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕਾਈਂਡਸ ਆਫ ਫ੍ਰਿਕਸ਼ਨ। ਕਾਈਂਡਸ ਆਫ ਫ੍ਰਿਕਸ਼ਨ ਕੀ ਆਪਾਂ ਫ੍ਰਿਕਸ਼ਨ ਦੇ ਟਾਈਪਸ ਕਰਨੀ ਹੈ ਇਹਦੇ ਵਿੱਚ। ਤਾਂ ਕਾਈਂਡਸ ਆਫ ਫ੍ਰਿਕਸ਼ਨ ਕਿੰਨੀਆਂ ਦੇਖੋ ਆਪਣੇ ਕੋਲ। ਫਸਟ ਕਾਈਂਡ ਆਫ ਫ੍ਰਿਕਸ਼ਨ, ਇਹਦੇ 'ਚ 3 ਕਾਈਂਡਸ ਆਫ ਫ੍ਰਿਕਸ਼ਨ ਹੁੰਦੀਆਂ। ਫਸਟ ਕਾਈਂਡ ਆਫ ਫ੍ਰਿਕਸ਼ਨ ਆਪਣੇ ਕੋਲ ਸਟੈਟਿਕ ਫ੍ਰਿਕਸ਼ਨ, ਸੈਕਿੰਡ ਟਾਈਪ ਆਪਣੇ ਕੋਲ ਹੈਗੀ ਹੈ ਸਲਾਈਡਿੰਗ ਫ੍ਰਿਕਸ਼ਨ, ਥਰਡ ਆਪਣੇ ਕੋਲ ਹੈਗੀ ਹੈ ਰੋਲਿੰਗ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ ਹੁੰਦਾ ਕਿ ਜਦੋਂ ਕੋਈ ਚੀਜ਼ ਖੜੀ ਹੋਈ ਹੈ, ਮਤਲਬ ਮੂਵ ਨਹੀਂ ਕਰ ਰਹੀ, ਉਹ ਖੜੀ ਹੋਈ ਹੈ, ਉਹ ਸਟੈਟਿਕ ਫ੍ਰਿਕਸ਼ਨ ਹੁੰਦੀ ਉਹਦੇ 'ਚ। ਅਗਰ ਕੋਈ ਚੀਜ਼ ਸਲਾਈਡ ਕਰਦੀ ਪਈ ਹੈ ਤਾਂ ਸਲਾਈਡਿੰਗ ਫ੍ਰਿਕਸ਼ਨ ਹੈ, ਅਗਰ ਕੋਈ ਚੀਜ਼ ਰੋਲ ਕਰਦੀ ਪਈ ਹੈ ਕਿਸੇ ਸਰਫੇਸ 'ਤੇ ਤਾਂ ਉਹ ਰੋਲਿੰਗ ਫ੍ਰਿਕਸ਼ਨ ਹੈ। ਫਸਟ ਆਪਾਂ ਪੜ੍ਹਨ ਲੱਗੇ ਹਾਂ ਸਟੈਟਿਕ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ ਕੀ ਹੁੰਦਾ ਹੈ, ਇਹ ਉਹ ਵਾਲੀ ਫ੍ਰਿਕਸ਼ਨ ਹੁੰਦੀ ਹੈ ਜਦੋਂ ਮੰਨ ਲਓ ਕੋਈ ਵੀ ਆਬਜੈਕਟ ਸਰਫੇਸ 'ਤੇ ਪਿਆ ਅਤੇ ਇਹ ਪਰਸਨ ਬਹੁਤ ਜ਼ਿਆਦਾ ਫੋਰਸ ਲਗਾਈ ਜਾਂਦਾ ਹੈ, ਬਹੁਤ ਭਾਰਾ ਮਤਲਬ ਆਬਜੈਕਟ ਹੈ, ਅਤੇ ਇਹ ਜਿਹੜਾ ਹੈਗਾ ਜਿਹੜਾ ਪਰਸਨ ਹੈ ਆਬਜੈਕਟ 'ਤੇ ਫੋਰਸ ਲਗਾਈ ਜਾਂਦਾ, ਬਟ ਆਬਜੈਕਟ ਕਿਤੇ ਨਹੀਂ ਮੂਵ ਕਰਦਾ ਪਿਆ, ਉਹਦੀ ਫੋਰਸ ਨਹੀਂ ਇੰਨੀ ਹੈਗੀ ਕਿ ਆਬਜੈਕਟ ਨੂੰ ਮੂਵ ਕਰ ਸਕੇ, ਤਾਂ ਉਹ ਫੋਰਸ ਨੂੰ, ਉਹ ਫ੍ਰਿਕਸ਼ਨ ਨੂੰ ਆਪਾਂ ਕਹਿੰਦੇ ਹਾਂ ਸਟੈਟਿਕ ਫ੍ਰਿਕਸ਼ਨ। ਬਹੁਤ ਜ਼ਿਆਦਾ ਫ੍ਰਿਕਸ਼ਨ ਥੱਲੇ ਲੱਗ ਰਹੀ ਹੈ ਤਾਂ ਕਰਕੇ ਆਬਜੈਕਟ ਕੀ ਹੈ ਮੂਵ ਹੀ ਨਹੀਂ ਕਰਦਾ ਪਿਆ। ਜਦੋਂ ਆਬਜੈਕਟ ਮੂਵ ਹੀ ਨਾ ਕਰੇ ਫੋਰਸ ਲਗਾਉਣ ਤੋਂ ਬਾਵਜੂਦ ਵੀ, ਤਾਂ ਉਹਨੂੰ ਆਪਾਂ ਸਟੈਟਿਕ ਫ੍ਰਿਕਸ਼ਨ ਕਹਿੰਦੇ ਹਾਂ। ਅਗਰ ਆਪਾਂ ਫੋਰਸ ਲਗਾਈਏ ਅਤੇ ਆਬਜੈਕਟ ਕੀ ਹੈ ਸਲਾਈਡ ਕਰਨਾ ਸ਼ੁਰੂ ਕਰ ਜੇ, ਜਦੋਂ ਫੋਰਸ ਲਗਾਉਣ 'ਤੇ ਆਬਜੈਕਟ ਸਲਾਈਡ ਕਰਨਾ ਸ਼ੁਰੂ ਕਰ ਜੇ, ਤਾਂ ਜਿਹੜੀ ਥੱਲੋਂ ਫ੍ਰਿਕਸ਼ਨ ਫੋਰਸ ਲੱਗ ਰਹੀ ਹੈ ਸਰਫੇਸ 'ਤੇ ਇਸ ਆਬਜੈਕਟ ਨਾਲ, ਉਹ ਫ੍ਰਿਕਸ਼ਨ ਨੂੰ ਆਪਾਂ ਕਹਿੰਦੇ ਹਾਂ ਸਲਾਈਡਿੰਗ ਫ੍ਰਿਕਸ਼ਨ। ਜਦੋਂ ਤਾਂ ਆਬਜੈਕਟ ਬਿਲਕੁਲ ਹੀ ਨਹੀਂ ਮੂਵ ਕਰਦਾ ਪਿਆ ਉਹਨੂੰ ਬੋਲਦੇ ਆਪਾਂ ਸਟੈਟਿਕ ਫ੍ਰਿਕਸ਼ਨ। ਜਦੋਂ ਆਬਜੈਕਟ ਕੀ ਹੈ ਫੋਰਸ ਲਗਾਉਣ 'ਤੇ ਮੂਵ ਕਰਨਾ ਸ਼ੁਰੂ ਕਰ ਗਿਆ, ਅਤੇ ਮੂਵ ਕਰਨ 'ਤੇ ਜਿਹੜੀ ਸਰਫੇਸ 'ਤੇ ਆਬਜੈਕਟ ਵਿੱਚ ਫ੍ਰਿਕਸ਼ਨ ਲੱਗ ਰਹੀ ਹੈ ਉਹਨੂੰ ਸਲਾਈਡਿੰਗ ਫ੍ਰਿਕਸ਼ਨ ਕਹਿੰਦੇ ਆ। ਅਤੇ ਜਦੋਂ ਆਪਾਂ ਆਬਜੈਕਟ 'ਤੇ ਮਤਲਬ ਉਹ ਲਾਉਣ 'ਤੇ ਫੋਰਸ ਲਗਾਉਣ 'ਤੇ ਆਬਜੈਕਟ ਰੋਲ ਕਰਨਾ ਸ਼ੁਰੂ ਕਰ ਜੇ, ਅਤੇ ਰੋਲ ਕਰਨ 'ਤੇ ਜਿਹੜੀ ਫੋਰਸ ਥੱਲੋਂ ਫ੍ਰਿਕਸ਼ਨ ਲੱਗ ਰਹੀ ਹੈ ਉਹਨੂੰ ਬੋਲਦੇ ਹਾਂ ਆਪਾਂ ਰੋਲਿੰਗ ਫ੍ਰਿਕਸ਼ਨ। ਠੀਕ ਹੈ। ਹੁਣ ਇਹ ਚੀਜ਼ ਧਿਆਨ ਨਾਲ ਦੇਖੋ, ਜਿਹੜਾ ਸਲਾਈਡਿੰਗ ਫ੍ਰਿਕਸ਼ਨ ਸੀਗਾ, ਸਲਾਈਡਿੰਗ ਫ੍ਰਿਕਸ਼ਨ 'ਚ ਕੀ ਸੀਗਾ, ਫੁੱਲ ਬੋਡੀ ਸੀ ਜਿਹੜੀ ਉਹ ਸਰਫੇਸ ਨਾਲ ਕੰਟੈਕਟ ਵਿੱਚ ਸੀਗੀ, ਤਾਂ ਜ਼ਿਆਦਾ ਬੋਡੀ ਸਰਫੇਸ ਕੰਟੈਕਟ ਹੋਣ ਕਰਕੇ ਜਿਹੜੀ ਸਲਾਈਡਿੰਗ ਫ੍ਰਿਕਸ਼ਨ ਆ ਉਹ ਜ਼ਿਆਦਾ ਸੀਗੀ, ਮਤਲਬ ਆਬਜੈਕਟ ਕੀ ਹੈ ਜ਼ਿਆਦਾ ਰੁਕਾਵਟ ਮਤਲਬ ਮਹਿਸੂਸ ਕਰ ਰਿਹਾ ਸੀਗਾ। ਬਟ ਜਿਹੜਾ ਕੋਈ ਆਬਜੈਕਟ ਰੋਲ ਕਰਦਾ ਪਿਆ,
ਰੋਲ ਕਰਨ ਦੇ ਸਿਰਫ ਇੰਨਾ ਕੁ ਆਬਜੈਕਟ ਹੀ ਮਤਲਬ ਕੰਟੈਕਟ ਵਿੱਚ ਹੈ ਨਾ ਸਰਫੇਸ 'ਤੇ, ਇੰਨਾ ਕੁ ਆਬਜੈਕਟ ਹੀ ਮਤਲਬ ਕਿ ਰੋਲਿੰਗ ਫ੍ਰਿਕਸ਼ਨ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਸਲਾਈਡਿੰਗ ਫ੍ਰਿਕਸ਼ਨ। ਮਤਲਬ ਰੋਲ ਜਦੋਂ ਕੋਈ ਚੀਜ਼ ਰੋਲ ਕਰਦੀ ਪਈ ਹੁੰਦੀ ਹੈ ਨਾ, ਰੋਲ ਕਰਨ 'ਤੇ ਉਹਨੂੰ ਫ੍ਰਿਕਸ਼ਨ ਰੁਕਾਵਟ ਘੱਟ ਮਹਿਸੂਸ ਹੁੰਦੀ ਹੈ, ਪਰ ਜਦੋਂ ਕੋਈ ਚੀਜ਼ ਸਲਾਈਡ ਕਰਦੀ ਪਈ ਹੁੰਦੀ ਹੈ, ਸਲਾਈਡ ਕਰਨ 'ਤੇ ਫ੍ਰਿਕਸ਼ਨ ਰੁਕਾਵਟ ਜ਼ਿਆਦਾ ਮਹਿਸੂਸ ਹੁੰਦੀ ਹੈ। ਤਾਂ ਹੀ ਕਰਕੇ ਆਪਾਂ ਕੀ ਕਰਦੇ ਹਾਂ, ਟੈਚੀਆਂ ਦੇ ਟਰੋਲੀ ਬੈਗਸ ਜਿਹੜੇ ਟਰੋਲੀ ਬੈਗਸ ਹੁੰਦੇ ਜਿਹੜੇ ਟਾਇਰ ਲਵਾ ਲੈਂਦੇ ਹਾਂ। ਟਾਇਰਸ ਕਾਹਤੋਂ ਲਵਾਉਂਦੇ ਹਾਂ, ਕਿਉਂਕਿ ਟਾਇਰਸ 'ਤੇ ਰੋਲ ਕਰਨਾ ਸੌਖਾ ਹੁੰਦਾ ਹੈ। ਰੋਲ ਕਰਨਾ ਸੌਖਾ ਕਾਹਤੋਂ ਹੋ ਜਾਂਦਾ ਹੈ, ਕਿਉਂਕਿ ਇੱਥੇ ਜਿਹੜਾ ਹੈਗਾ ਕੰਟੈਕਟ ਉਹ ਘੱਟ ਜਾਂਦਾ ਹੈ। ਜਦੋਂ ਕੰਟੈਕਟ ਘੱਟ ਜੂਗਾ ਤਾਂ ਉਹਨੂੰ ਰੋਲ ਕਰਨਾ ਸੌਖਾ ਹੋ ਜੂਗਾ। ਪਰ ਜੇ ਮੈਂ ਬੈਗ ਨੂੰ ਇੱਦਾਂ ਖਿੱਚਣਾ ਹੋਵੇ ਪੂਰਾ, ਤਾਂ ਬੈਗ ਨੂੰ ਖਿੱਚਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਉੱਥੇ ਕੰਟੈਕਟ ਬਹੁਤ ਜ਼ਿਆਦਾ ਹੋ ਜਾਂਦਾ ਸਰਫੇਸ ਨਾਲ। ਕੰਟੈਕਟ ਜ਼ਿਆਦਾ ਹੋਣ ਕਰਕੇ ਫ੍ਰਿਕਸ਼ਨ ਵੀ ਕੀ ਹੈ, ਜ਼ਿਆਦਾ ਹੋ ਜਾਂਦੀ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਇਫੈਕਟਸ ਆਫ ਫ੍ਰਿਕਸ਼ਨ। ਹੁਣ ਜਿਹੜੀ ਇਹ ਫ੍ਰਿਕਸ਼ਨ ਹੁੰਦੀ ਹੈ, ਨੈਚੁਰਲ ਫੋਰਸ ਹੁੰਦੀ ਹੈ, ਇਹਦੇ ਕੀ ਇਫੈਕਟਸ ਹੈ, ਕੀ ਪ੍ਰੋਬਲਮਸ ਹੈ ਇਹਦੀਆਂ। ਫਸਟ ਇਫੈਕਟ ਹੈ ਫ੍ਰਿਕਸ਼ਨ ਅਪੋਜ਼ਿਸ ਮੋਸ਼ਨ। ਓਬਵੀਅਸ ਹੈ ਕਿ ਅਗਰ ਕੋਈ ਵੀ ਚੀਜ਼ ਮੂਵ ਕਰਦੀ ਪਈ ਹੈ ਤਾਂ ਉਹ ਮੂਵ ਕਰਦੀ ਹੋਈ ਚੀਜ਼ ਹੌਲੀ ਹੌਲੀ ਸਲੋ ਡਾਊਨ ਹੋ ਜੂਗੀ ਡਿਊ ਟੂ ਦਾ ਫ੍ਰਿਕਸ਼ਨ। ਠੀਕ ਹੈ, ਫ੍ਰਿਕਸ਼ਨ ਪ੍ਰੋਡਿਊਸਿਸ ਹੀਟ। ਅਗਰ ਆਪਾਂ ਕੋਈ ਵੀ ਦੋ ਮਤਲਬ ਪਾਰਟਸ ਨੂੰ ਜਾਂ ਕੋਈ ਵੀ ਦੋ ਥਿੰਗਸ ਨੂੰ ਰਬ ਕਰਾਂਗੇ ਤਾਂ ਹਮੇਸ਼ਾ ਡਿਊ ਟੂ ਫ੍ਰਿਕਸ਼ਨ ਉਹ ਪਾਰਟਸ ਵਿੱਚ ਜਾਂ ਥਿੰਗਸ ਵਿੱਚ ਕੀ ਹੈ, ਹੀਟ ਪ੍ਰੋਡਿਊਸ ਹੁੰਦੀ ਹੈ। ਜਿਵੇਂ ਹੈਂਡ ਨੂੰ ਰਬ ਕਰੋ, ਉਂਝ ਹੀਟ ਪ੍ਰੋਡਿਊਸ ਹੁੰਦੀ ਹੈ, ਜਾਂ ਕੋਈ ਵੀ ਦੋ ਮਸ਼ੀਨਰੀ ਪਾਰਟਸ ਜਦੋਂ ਰਬ ਕਰਦੇ ਆ ਨਾ ਆਪਸ 'ਚ, ਉਹ ਰਬ ਕਰਕੇ ਕੀ ਹੈ, ਬਹੁਤ ਸਾਰੀ ਹੀਟ ਪ੍ਰੋਡਿਊਸ ਕਰ ਦਿੰਦੀਆਂ। ਤਾਂ ਫ੍ਰਿਕਸ਼ਨ ਕੀ ਕਰਦੀ ਹੈ, ਫ੍ਰਿਕਸ਼ਨ ਕਰਕੇ ਬਹੁਤ ਸਾਰੀ ਹੀਟ ਪ੍ਰੋਡਿਊਸ ਹੋਣ ਕਰਕੇ ਮਸ਼ੀਨਰੀ ਪਾਰਟਸ ਕਈ ਵਾਰੀ ਖਰਾਬ ਵੀ ਹੋ ਜਾਂਦੇ ਆ। ਠੀਕ ਹੈ, ਫ੍ਰਿਕਸ਼ਨ ਕਾਜ਼ਿਜ਼ ਵੀਅਰ ਐਂਡ ਟੀਅਰ। ਫ੍ਰਿਕਸ਼ਨ ਨਾਲ ਕੀ ਹੈ, ਘਸ ਕੇ ਪੂਰੇ, ਜਿਵੇਂ ਟਾਇਰ ਦੇਖੋ, ਜਿਵੇਂ ਆਪਣੀ ਸੋਲਸ ਆਫ ਸ਼ੂਜ਼ ਹੈ, ਕਿਵੇਂ ਸੋਲਸ ਆਫ ਸ਼ੂਜ਼ ਇੱਦਾਂ ਨਵੇਂ ਸੀਗੇ, ਉਹ ਘਸ ਕੇ ਵਿਚਾਰੇ ਸਰਫੇਸ ਨਾਲ ਕੀ ਇੱਦਾਂ ਪੂਰੇ ਵੀਅਰ ਐਂਡ ਟੀਅਰ ਮਤਲਬ ਪੂਰੇ ਖਰਾਬ ਹੋ ਜਾਂਦੇ ਆ। ਠੀਕ ਹੈ, ਸਿਮਿਲਰਲੀ ਜਿਵੇਂ ਟਾਇਰ ਨਵੇਂ ਤਾਂ ਟਾਇਰ ਇੱਦਾਂ ਸੀਗੇ, ਉਹ ਘਸ ਕੇ ਟਾਇਰ ਇੱਦਾਂ ਬਣ ਗਏ ਆ। ਠੀਕ ਹੈ, ਤਾਂ ਫ੍ਰਿਕਸ਼ਨ ਨਾਲ ਕੀ ਹੈ, ਵੀਅਰ ਅਤੇ ਟੀਅਰ ਕਾਫੀ ਮਤਲਬ ਨੁਕਸਾਨ ਵੀ ਹੋ ਜਾਂਦਾ। ਬਟ ਫ੍ਰਿਕਸ਼ਨ ਨਾਲ ਅਗਰ ਨੁਕਸਾਨ ਹੁੰਦਾ ਤਾਂ ਫ੍ਰਿਕਸ਼ਨ ਨਾਲ ਕਈ ਵਾਰੀ ਕੀ ਹੈ, ਵਧੀਆ ਚੀਜ਼ਾਂ ਵੀ ਹੁੰਦੀਆਂ, ਐਡਵਾਂਟੇਜਿਸ ਵੀ ਹੁੰਦੀਆਂ ਫ੍ਰਿਕਸ਼ਨ ਦੀਆਂ। ਫ੍ਰਿਕਸ਼ਨ ਦੀ ਐਡਵਾਂਟੇਜਿਸ ਕੀ ਹੈ, ਅਗਰ ਮੈਂ ਪੇਪਰ 'ਤੇ, ਮੰਨ ਲਓ ਮੇਰਾ ਪੇਪਰ ਹੈ, ਮੈਂ ਪੇਪਰ 'ਤੇ ਪੈਨ ਨਾਲ ਲਿਖ ਰਹੀ ਹਾਂ, ਤਾਂ ਪੈਨ ਨਾਲ ਕਿਉਂ ਲਿਖ ਰਹੀ ਹਾਂ, ਡਿਊ ਟੂ ਫ੍ਰਿਕਸ਼ਨ। ਜੇ ਫ੍ਰਿਕਸ਼ਨ ਨਾ ਹੁੰਦਾ ਫਿਰ ਤਾਂ ਮੇਰਾ ਪੈਨ ਸਲਾਈਡ ਕਰੀ ਜਾਣਾ ਸੀ, ਫਿਰ ਤਾਂ ਮੈਂ ਲਿਖ ਹੀ ਨਹੀਂ ਪਾਉਣਾ ਸੀ ਕੁਛ ਵੀ। ਠੀਕ ਹੈ, ਤਾਂ ਫ੍ਰਿਕਸ਼ਨ ਹੋਣ ਕਰਕੇ ਮੈਂ ਪੈਨ 'ਤੇ ਪੇਪਰ 'ਤੇ ਸਲਾਈਡ ਕਰ ਪਾ ਰਹੀ ਹਾਂ, ਮਤਲਬ ਲਿਖ ਪਾ ਰਹੀ ਹਾਂ, ਜਾਂ ਮੈਂ ਮੈਚ ਸਟਿਕ ਨੂੰ ਬਰਨ ਕਰ ਪਾ ਰਹੀ ਹਾਂ। ਜੇ ਉੱਥੇ ਫ੍ਰਿਕਸ਼ਨ ਹੀ ਨਾ ਹੁੰਦੀ ਫਿਰ ਤਾਂ ਮੈਚ ਸਟਿਕ ਬਰਨ ਹੀ ਨਹੀਂ ਹੋਣੀ ਸੀਗੀ, ਫਿਰ ਤਾਂ ਮੈਚ ਸਟਿਕ ਇੰਨਾ ਰਗੜ ਹੀ ਨਹੀਂ ਜਾਣੀ ਸੀ। ਜੇ ਰਗੜ ਹੀ ਨਾ ਆਈ ਤਾਂ ਫ੍ਰਿਕਸ਼ਨ ਹੀ ਨਾ ਹੋਈ ਤਾਂ ਫਿਰ ਪ੍ਰੋਡਿਊਸ ਕਿਵੇਂ ਹੋਊਗੀ ਹੀਟ। ਠੀਕ ਹੈ, ਤਾਂ ਫ੍ਰਿਕਸ਼ਨ ਦੀ ਅਗਰ ਐਡਵਾਂਟੇਜਿਸ ਹੈ ਤਾਂ ਉਹਦੇ ਡਿਸਐਡਵਾਂਟੇਜਿਸ ਵੀ ਨਾਲ। ਠੀਕ ਹੈ।